ਅਗਲਾ ਵਿਅੰਗ। ਹਸਤ ਖੇਲਤ ਤੇਰੇ ਦਿਉਰੇ ਆਇਆ। ਸਨ 2003 ਵਿੱਚ ਮੈਂ ਧਰਮ ਪ੍ਰਚਾਰ ਦੌਰੇ ਲਈ ਇੰਗਲੈਂਡ ਪਹੁੰਚ ਗਿਆ। ਸਟੇਜ 'ਤੇ ਕਥਾ ਕਰਦਿਆਂ ਮੈਂ ਵਰਤਮਾਨ ਸਮੇਂ ਦੀਆਂ ਕਮਜ਼ੋਰੀਆਂ ਦਾ ਵੱਧ ਜ਼ਿਕਰ ਕਰ ਜਾਂਦਾ ਹਾਂ। ਕਈ ਵਾਰੀ ਕਮਜ਼ੋਰੀ ਵਿਖਾਉਣ ਵਾਲੇ ਜਾਂ ਗਲਤ ਕੰਮ ਕਰਨ ਵਾਲੇ ਪ੍ਰਚਾਰਕਾਂ ਜਾਂ ਪ੍ਰਬੰਧਕਾਂ ਦਾ ਨਾਮ ਲੈ ਕੇ ਸਖਤ ਟਿੱਪਣੀਆਂ ਵੀ ਕਰ ਜਾਂਦਾ ਹਾਂ, ਜਿਸ ਦਾ ਮੈਨੂੰ ਕਈ ਵਾਰੀ ਨੁਕਸਾਨ ਉਠਾਉਣਾ ਪਿਆ ਹੈ। ਟਕਸਾਲ ਵਾਲਿਆਂ ਦੇ ਝੂਠ ਬਾਰੇ ਅਤੇ ਹੋਰ ਸਾਧਾਂ ਬਾਰੇ ਵੀ ਅਕਸਰ ਮੈਂ ਬੋਲਦਾ ਰਹਿੰਦਾ ਹਾਂ। ਅੰਦਰ ਹੀ ਅੰਦਰ ਮੇਰੇ ਵਿਰੁੱਧ ਕਾਫੀ ਅੱਗ ਧੁਖ ਰਹੀ ਸੀ। ਲੰਡਨ ਦੇ ਇੱਕ ਗੁਰਦੁਆਰੇ ਵਿੱਚ, ਜਿੱਥੇ ਕੋਈ ਵਿਰਲਾ ਹੀ ਮੱਥਾ ਟੇਕਣ ਜਾਂਦਾ ਸੀ, ਹਫ਼ਤੇ ਲਈ ਕਥਾ ਕਰਨ ਦੀ ਮੈਨੂੰ ਇਜਾਜ਼ਤ ਮਿਲ ਗਈ, ਭਾਵ ਕਿ ਵਿਹਲਾ ਸਮਾਂ ਗੁਜ਼ਾਰਨ ਵਾਸਤੇ। ਇਹ ਗੁਰਦੁਆਰਾ ਲੰਡਨ ਦੇ ਈਸਟ ਪਾਰਕ ਵਿੱਚ ਸਥਿਤ ਹੈ। ਇਸੇ ਗੁਰਦੁਆਰੇ ਵਿੱਚ ਪ੍ਰਬੰਧਕ ਗੋਲਕ 'ਤੇ ਕਬਜ਼ਾ ਕਰਨ ਲਈ ਦੋ ਧਿਰਾਂ ਦੀ ਲੰਮੇ ਸਮੇਂ ਤੋਂ ਲੜਾਈ ਚੱਲਦੀ ਆ ਰਹੀ ਸੀ। ਜਿਸ ਪਾਰਟੀ ਦਾ ਕਬਜ਼ਾ ਸੀ, ਉਸ ਤੋਂ ਵੋਟਾਂ ਰਾਹੀਂ ਹਾਰੀ ਹੋਈ ਧਿਰ ਨੇ ਗੁਰਦੁਆਰੇ ਅਖੰਡ ਪਾਠ ਰਖਵਾ ਦਿੱਤਾ। ਇਸ ਕੰਮ ਲਈ ਵਰਤਿਆ ਸਧਾਰਨ ਜਿਹੇ ਸਿੱਖ ਨੂੰ ਉਸ ਦੇ ਨਾਮ 'ਤੇ ਪਾਠ ਸ਼ੁਰੂ ਹੋ ਗਿਆ ਅਤੇ ਕਬਜ਼ਾ ਖੋਹਣ ਵਾਲੀ ਦੂਜੀ ਧਿਰ ਦੇ 8-10 ਬੰਦੇ ਪਾਠ ਸੁਣਨ ਦੇ ਬਹਾਨੇ ਹਰ ਵਕਤ ਕੋਲ ਬੈਠੇ ਰਿਹਾ ਕਰਨ। ਇੱਕ ਪਾਠ ਖਤਮ ਹੋਵੇ ਨਾਲ ਹੀ ਦੂਜਾ ਪਾਠ ਰੱਖ ਦਿਆ ਕਰਨ। ਕਾਬਜ਼ ਧਿਰਾਂ ਜੇਕਰ ਪਾਠ ਨਹੀਂ ਕਰਨ ਦਿੰਦੀ ਤਾਂ ਉਹਨਾਂ 'ਤੇ ਇਲਜ਼ਾਮ ਲੱਗਦੇ ਸਨ। ਇਹ ਨਿਰੰਤਰ ਅਖੰਡ ਪਾਠ ਦਾ ਪ੍ਰਵਾਹ 5 ਸਾਲ ਤੱਕ ਚੱਲਦਾ ਰਿਹਾ। ਹੌਲੀ ਹੌਲੀ ਪਹਿਲੀ ਕਮੇਟੀ ਛੱਡ ਕੇ ਪਾਸੇ ਹੋ ਗਈ। ਨਵੇਂ ਚਾਲਬਾਜ਼ ਕਮੇਟੀ ਵਾਲਿਆਂ ਨੇ ਗੁਰਦੁਆਰੇ 'ਤੇ ਅਖੰਡ ਪਾਠ ਦੀ ਸ਼ਕਤੀ ਨਾਲ ਕਬਜ਼ਾ ਕਰ ਲਿਆ। ਇਸ ਠੰਡੀ ਜੰਗ ਵਿੱਚ ਆਮ ਸੰਗਤ ਗੁਰਦੁਆਰੇ ਆਉਣੋਂ ਹਟ ਗਈ। ਖਾਲੀ ਗੁਰਦੁਆਰੇ ਵਿੱਚ ਕੀਰਤਨੀ ਜਥੇ ਅਤੇ ਕਥਾਵਾਚਕ ਵੀ ਆਉਣੋਂ ਹਟ ਗਏ। ਜਿਸ ਨੂੰ ਕਿਧਰੇ ਕੋਈ ਠਾਹਰ ਨਹੀਂ ਮਿਲਦੀ ਸੀ, ਕੋਈ ਮੇਰੇ ਵਰਗਾ ਦਿਨ ਕਟੀ ਕਰਨ ਵਾਲਾ ਇੱਥੇ ਹਫ਼ਤਾ ਬੁੱਕ ਕਰਵਾ ਲੈਂਦਾ ਸੀ ਅਤੇ ਉਹਨੂੰ ਰਹਿਣ ਨੂੰ ਅਤੇ ਖਾਣ ਨੂੰ ਸਮਾਂ ਅਤੇ ਬਿਸਤਰਾ ਖਾਣਾ ਉਹ ਮਿਲ ਜਾਂਦਾ ਸੀ। ਸਮਾਂ ਕੱਟਣ ਵਾਸਤੇ ਇੱਥੇ ਆਉਂਦੇ ਸੀ। ਲੰਡਨ ਸ਼ਹਿਰ ਦੀ ਇੱਕ ਕਲੋਨੀ ਸਲੋ ਵਿੱਚ ਸਿੱਖਾਂ ਦੀ ਆਬਾਦੀ ਕਾਫੀ ਹੈ। ਗੁਰਦੁਆਰਾ ਵੀ ਬਹੁਤ ਵੱਡਾ ਬਣਿਆ ਹੋਇਆ ਹੈ। ਮੈਂ ਫੋਨ ਕਰਕੇ ਇੱਥੋਂ ਦੇ ਸੈਕਟਰੀ ਤੋਂ ਹਫ਼ਤਾ ਬੁੱਕ ਕਰਾਉਣਾ ਚਾਹਿਆ। ਸੈਕਟਰੀ ਨੇ ਹਾਂ ਕਰ ਦਿੱਤੀ। ਮੇਰੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਕਿ ਵੱਡੇ ਗੁਰਦੁਆਰੇ ਵਿੱਚ ਮੇਰਾ ਵੀਕ ਬੁੱਕ ਹੋ ਗਿਆ। ਸਰੋਤੇ ਵੀ ਬਹੁਤ ਹੋਣਗੇ, ਪਾਉਂਡ ਵੀ ਚੰਗੇ ਬਣ ਜਾਣਗੇ। ਐਤਵਾਰ ਨੂੰ ਸ਼ਾਮ ਤੱਕ ਬੁੱਕ ਹੋਈਆਂ ਥਾਵਾਂ 'ਤੇ ਕੀਰਤਨ ਅਤੇ ਕਥਾਵਾਚਕਾਂ ਨੇ ਪਹੁੰਚਣਾ ਹੁੰਦਾ ਹੈ। ਮੈਨੂੰ ਸ਼ਨਿਚਰਵਾਰ ਸ਼ਾਮ ਨੂੰ ਸਲੋ ਗੁਰਦੁਆਰੇ ਦੇ ਸੈਕਟਰੀ ਭਾਈ ਵਰਿੰਦਰ ਸਿੰਘ ਦਾ ਫੋਨ ਆ ਗਿਆ ਕਿ ਤੁਹਾਡਾ ਹਫ਼ਤਾ ਬੁੱਕ ਨਹੀਂ ਕੀਤਾ। ਸਾਡੇ ਕੋਲ ਹੋਰ ਕਥਾਵਾਚਕਾਂ ਨੇ ਪਹੁੰਚ ਕੀਤੀ ਹੈ। ਅਸੀਂ 3 ਕਥਾਵਾਚਕਾਂ ਨੂੰ ਟਾਈਮ ਦੇਵਾਂਗੇ। ਐਤਵਾਰ ਨੂੰ ਸ਼ਾਮੀ ਤੁਸੀਂ ਪਹੁੰਚ ਜਾਣਾ। ਸੋਮਵਾਰ ਨੂੰ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ ਹੈ। ਗੁਰਪੁਰਬ 'ਤੇ ਤੁਸੀਂ 3 ਕਥਾਵਾਚਕਾਂ ਨੇ 20-20 ਮਿੰਟ ਬੋਲਣਾ ਹੈ। ਜਿਹੜਾ ਸਾਨੂੰ ਪਸੰਦ ਆ ਗਿਆ ਉਸ ਨੂੰ ਹਫ਼ਤੇ ਵਾਸਤੇ ਸਮਾਂ ਦੇ ਦਿਆਂਗੇ ਅਤੇ ਬਾਕੀਆਂ ਨੂੰ ਵਿਦਾ ਕਰ ਦਿਆਂਗੇ। 3 ਦਾ ਸਾਡਾ ਮੁਕਾਬਲਾ ਰੱਖ ਦਿੱਤਾ। ਮੈਂ ਐਤਵਾਰ ਵਾਲੇ ਦਿਨ ਸਲੋ ਗੁਰਦੁਆਰੇ ਪੁੱਜ ਗਿਆ। ਨਿਸ਼ਚਿਤ ਸਮੇਂ 'ਤੇ ਮੈਥੋਂ ਪਹਿਲਾਂ ਇੱਕ ਕਥਾਵਾਚਕ ਨੂੰ ਟਾਈਮ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਬਾਰੇ ਸਧਾਰਨ ਜਿਹੀਆਂ ਗੱਲਾਂ ਸੁਣਾ ਕੇ ਵਕਤ ਪੂਰਾ ਕਰਕੇ ਉਹ ਪਾਸੇ ਹੋ ਗਿਆ, ਜਿਵੇਂ ਕਿ ਅਕਸਰ ਹੀ ਸਾਡੇ ਕਥਾਵਾਚਕ ਸਾਖੀਆਂ ਸੁਣਾਉਂਦੇ ਨੇ। ਫਿਰ ਵਾਰੀ ਆਈ ਜਗਜੀਤ ਸਿੰਘ ਨਿਮਾਣੇ ਦੀ। ਇਹ ਕਾਲਪਨਿਕ ਨਾਮ ਹੈ। ਉਸਨੇ ਜੋ ਕਥਾ ਕੀਤੀ ਮੈਂ ਕਦੀ ਨਹੀਂ ਭੁੱਲਾਂਗਾ। ਲਓ, ਉਸ ਕਥਾ ਦੇ ਸੰਖੇਪ ਵਿੱਚ ਦਰਸ਼ਨ ਕਰੋ। ਉਸ ਕਥਾਵਾਚਕ ਨੇ ਅੱਗੇ ਗੱਲ ਚਲਾਈ। ਸਾਧ ਸੰਗਤ ਜੀ, ਬੇਬੇ ਨਾਨਕੀ ਨੇ ਇੱਕ ਦਿਨ ਗੁਆਂਢੀਆਂ ਦਾ ਬੱਚਾ ਗੋਦੀ ਚੁੱਕ ਲਿਆ। ਨਾਲੇ ਬੱਚੇ ਨੂੰ ਲਾਡ ਪਿਆਰ ਕਰੇ, ਨਾਲੇ ਆਪਣਾ ਮਨ ਪਰਚਾਵਾ ਕਰੇ। ਕੁਝ ਸਮੇਂ ਤੋਂ ਬਾਅਦ ਬੱਚੇ ਦੀ ਮਾਤਾ ਆ ਗਈ। ਉਸਨੇ ਆਉਂਦਿਆਂ ਹੀ ਨਾਨਕੀ ਤੋਂ ਆਪਣਾ ਬੱਚਾ ਖੋਹ ਲਿਆ। ਨਾਲੇ ਨਾਨਕੀ ਜੀ ਨੂੰ ਮੰਦੇ ਬੋਲ ਬੋਲੇ, ਅਖੇ ਮਰ ਜਾਣੀ ਏ, ਤੇਰਾ ਆਪਣਾ ਕੋਈ ਭਰਾ ਨਹੀਂ ਹੈ, ਇਸ ਕਰਕੇ ਤੂੰ ਬੜੀ ਕੁਲਹਿਣੀ ਕੁੜੀ ਹੈ। ਹੁਣ ਤੂੰ ਮੇਰੇ ਪੁੱਤਰ ਨੂੰ ਨਜ਼ਰਾਂ ਲਾਵੇਂਗੀ। ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ। ਦੁਬਾਰਾ ਕਦੀ ਮੇਰੇ ਪੁੱਤ ਨੂੰ ਹੱਥ ਨਾ ਲਾਵੀਂ। ਸਾਧ ਸੰਗਤ ਜੀ, ਨਾਨਕੀ ਰੋਂਦੀ ਹੋਈ ਘਰ ਆਈ। ਰੋਂਦੀ ਹੋਈ ਨੇ ਸਾਰੀ ਵਿੱਥਿਆ ਮਾਤਾ ਤ੍ਰਿਪਤਾ ਜੀ ਨੂੰ ਦੱਸੀ। ਮਾਤਾ ਜੀ ਵੀ ਬਹੁਤ ਰੋਏ। ਜਦੋਂ ਮਹਿਤਾ ਕਾਲੂ ਜੀ ਘਰ ਆਏ ਤਾਂ ਸਾਰੀ ਹੋਈ ਬੀਤੀ ਕਾਲੂ ਜੀ ਨੂੰ ਕਹਿ ਸੁਣਾਈ। ਉਹ ਵੀ ਬਹੁਤ ਉਦਾਸ ਹੋਏ। ਸਾਰੀ ਰਾਤ ਦੋਵਾਂ ਨੂੰ ਨੀਂਦ ਨਾ ਆਈ।
ਸਵੇਰੇ ਇਸ਼ਨਾਨ ਕੀਤਾ। ਤਿੰਨਾਂ ਨੇ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਜੀ ਅੱਗੇ ਅਰਦਾਸ ਕੀਤੀ ਕਿ ਸਾਡੇ ਘਰ ਪੁੱਤਰ ਦੀ ਬਖਸ਼ਿਸ਼ ਕਰੋ। ਦਿਲੋਂ ਮਨੋਂ ਕੀਤੀ ਗਈ ਜੋਦੜੀ ਨਿਰੰਕਾਰ ਨੇ ਪ੍ਰਵਾਨ ਕਰ ਲਈ। ਸਾਲ ਕੁ ਦੇ ਅੰਦਰ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਬਾਲਕ ਨਾਨਕ ਨੇ ਜਨਮ ਲਿਆ। ਸਭ ਨੇ ਬਹੁਤ ਖੁਸ਼ੀਆਂ ਮਨਾਈਆਂ, ਦਾਨ ਪੁੰਨ ਕੀਤਾ। ਜਦੋਂ ਨਾਨਕ ਜੀ 2 ਕੁ ਮਹੀਨਿਆਂ ਦੇ ਹੋਏ ਤਾਂ ਬੇਬੇ ਨਾਨਕੀ ਆਪਣੇ ਵੀਰ ਨੂੰ ਗੋਦ ਚੁੱਕ ਕੇ ਉਸੇ ਗੁਆਂਢਣ ਕੋਲ ਗਈ ਜਿਸ ਨੇ ਪਹਿਲਾਂ ਨਾਨਕੀ ਨੂੰ ਮੰਦੇ ਬੋਲ ਬੋਲੇ ਸਨ। ਬੀਬੀ ਨਾਨਕੀ ਨੇ ਉਸ ਦੇ ਸਨਮੁਖ ਹੋ ਕੇ ਕਿਹਾ ਕਿ ਵੇਖ, ਮੇਰਾ ਵੀ ਇੱਕ ਵੀਰ ਹੈ, ਹੁਣ ਮੈਂ ਕੁਲਹਿਣੀ ਨਹੀਂ ਰਹੀ, ਹੁਣ ਮੈਂ ਭਾਗਾਂ ਵਾਲੀ ਹੋ ਗਈ ਹਾਂ। ਸਾਧ ਸੰਗਤ ਜੀ, ਇਉਂ ਗੁਰੂ ਨਾਨਕ ਦਾ ਜਨਮ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤੋਂ ਮਗਰੋਂ ਮੈਨੂੰ ਟਾਈਮ ਦਿੱਤਾ ਗਿਆ। ਜਿਹੋ ਜਿਹੀ ਮੇਰੀ ਸਮਝ ਹੈ ਮੈਂ ਤਾਂ ਉਸੇ ਤਰ੍ਹਾਂ ਬੋਲਣਾ ਸੀ, ਪਰ ਇਹਨਾਂ ਦੋਵਾਂ ਕਥਾਵਾਚਕਾਂ ਮੈਨੂੰ ਬਹੁਤ ਪਰੇਸ਼ਾਨ ਕੀਤਾ। ਮੈਂ ਆਰ ਜਾਂ ਪਾਰ ਦੀ ਠਾਣ ਕੇ ਕਥਾ ਆਰੰਭ ਕਰ ਦਿੱਤੀ। ਮੈਂ ਗੁਰੂ ਨਾਨਕ ਸਾਹਿਬ ਦਾ ਮੱਕੇ ਜਾਣ ਬਾਰੇ ਵਿਖਿਆਨ ਕੀਤਾ। ਇਹ ਲੰਮਾ ਲੇਖ ਮੇਰੀ ਕਿਤਾਬ ਧਰਮ ਦੇ ਨਾਂ ਦੇ ਵਿੱਚੋਂ ਪੜ੍ਹ ਸਕਦੇ ਹੋ। ਬਾਬਾ ਫਿਰ ਮੱਕੇ ਗਿਆ। ਆਪਣਾ ਟਾਈਮ ਖਤਮ ਹੋਣ ਤੇ ਮੈਂ ਫਤਿਹ ਬੁਲਾ ਦਿੱਤੀ ਤੇ ਪਾਸੇ ਹੋ ਕੇ ਬੈਠ ਗਿਆ, ਇਸ ਉਡੀਕ ਨਾਲ ਕਿ ਮੇਰੀ ਕਥਾ ਨੂੰ ਕੋਈ ਨੰਬਰ ਮਿਲਦਾ ਹੈ ਕਿ ਨਹੀਂ। ਥੋੜੀ ਦੇਰ ਬਾਅਦ ਪ੍ਰਧਾਨ ਭਾਈ ਹਰਬੰਸ ਸਿੰਘ ਦਾ ਸੁਨੇਹਾ ਮਿਲਿਆ ਕਿ ਤੁਹਾਨੂੰ ਦਫ਼ਤਰ ਵਿੱਚ ਬੁਲਾਇਆ ਹੈ। ਮਨ ਵਿੱਚ ਬਹੁਤ ਉਤਰਾ ਚੜ੍ਹਾਅ ਆਏ ਕਿ ਪਤਾ ਨਹੀਂ ਦਫ਼ਤਰ ਵਿੱਚ ਕਿੰਨੀ ਕੁ ਕੁੱਤੇ ਖਾਣੀ ਹੋਵੇਗੀ। 2-4 ਮਿੰਟਾਂ ਬਾਅਦ ਹੀ ਪ੍ਰਧਾਨ ਜੀ ਨੇ ਚਾਹ ਮੰਗਵਾ ਲਈ। ਚਾਹ ਦੇ ਨਾਲ ਖਾਣ ਵਾਲਾ ਸਮਾਨ ਵੀ ਆ ਗਿਆ। ਮੈਨੂੰ ਫਿਰ ਕੁਝ ਧਰਵਾਸ ਮਿਲਿਆ ਕਿ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਚਾਹ ਪੀਂਦਿਆਂ ਮੈਂ ਪ੍ਰਧਾਨ ਤੋਂ ਪੁੱਛ ਲਿਆ ਕਿ ਦੱਸੋ ਅਗਲਾ ਕੀ ਪ੍ਰੋਗਰਾਮ ਹੈ, ਰੁਕ ਜਾਵਾਂ ਕਿ ਚਲਾ ਜਾਵਾਂ। ਪ੍ਰਧਾਨ ਹਰਬੰਸ ਸਿੰਘ ਕਹਿਣ ਲੱਗਿਆ, ਵੱਡੇ ਵੀਰ, ਬਹੁਤ ਲੰਮੇ ਸਮੇਂ ਤੋਂ ਕਥਾ ਸੁਣਦੇ ਆ ਰਹੇ ਹਾਂ। ਮੈਂ BA ਤੱਕ ਦੀ ਪੜ੍ਹਾਈ ਕੀਤੀ ਹੋਈ ਹੈ, ਧਰਮ ਨਾਲ ਕਾਫੀ ਲਗਾਓ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਅੱਜ ਤੱਕ ਕੂੜਾ ਕਚਰਾ ਹੀ ਪੜ੍ਹਦੇ ਸੁਣਦੇ ਰਹੇ ਹਾਂ। ਅਜਿਹੇ ਪੱਖਾਂ ਨੂੰ ਅੱਜ ਤੱਕ ਕਿਸੇ ਨੇ ਛੋਹਿਆ ਤੱਕ ਨਹੀਂ। ਜੋ ਕੁਝ ਉਹਨਾਂ ਦੋਵਾਂ ਕਥਾਵਾਚਕਾਂ ਨੇ ਸੁਣਾਇਆ ਅਤੇ ਜੋ ਕੁਝ ਤੁਸੀਂ ਸੁਣਾਇਆ ਹੈ, ਉਸ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਖੈਰ, ਤੁਸੀਂ ਇਹ ਦੱਸੋ ਕਿ ਤੁਹਾਡੇ ਕਿੰਨੇ ਹਫ਼ਤੇ ਖਾਲੀ ਹਨ। ਮੈਂ ਦੱਸਿਆ ਕਿ ਮੇਰੇ ਤਾਂ ਸਾਰੇ ਹੀ ਖਾਲੀ ਪਏ ਨੇ, ਕਰੀਬ 5 ਮਹੀਨੇ ਪੂਰੇ ਹੀ ਖਾਲੀ ਨੇ। ਹਰਬੰਸ ਸਿੰਘ ਕਹਿਣ ਲੱਗਿਆ, ਇਹ ਸਾਰਾ ਸਮਾਂ ਤੁਸੀਂ ਸਾਡੇ ਕੋਲ ਹੀ ਰਹਿਣਾ ਹੈ। ਜਿਵੇਂ ਕਿਵੇਂ ਅਸੀਂ ਤੁਹਾਡੇ ਕੋਲੋਂ ਗੁਰਬਾਣੀ ਦਾ ਖਰਾ ਉਪਦੇਸ਼ ਸੁਣਨਾ ਚਾਹੁੰਦੇ ਹਾਂ। ਜਿੰਨੇ ਹਫ਼ਤੇ ਇੱਥੇ ਗੁਰਦੁਆਰੇ ਦੀ ਸਟੇਜ ਤੇ ਕਥਾ ਕਰਨ ਦਾ ਸਮਾਂ ਦੇ ਸਕਾਂਗੇ ਦੇਵਾਂਗੇ। ਬਾਕੀ ਘਰਾਂ ਵਿੱਚ ਸਮਾਗਮ ਹੁੰਦੇ ਹਨ, ਉੱਥੇ ਸਮਾਂ ਦਿਆਂਗੇ। ਤੁਹਾਡੇ ਸਾਰੇ ਖਰਚੇ ਅਸੀਂ ਪੂਰੇ ਕਰਕੇ ਭੇਜਾਂਗੇ। ਬਸ ਫਿਰ ਕੀ ਸੀ, ਲਗਭਗ 5 ਮਹੀਨੇ ਮੈਂ ਇੱਕੋ ਗੁਰਦੁਆਰੇ ਵਿੱਚ ਕਥਾ ਕੀਤੀ। ਜਿਨ੍ਹਾਂ ਕਥਾਵਾਚਕਾਂ ਨੇ ਬਹੁਤ ਪਹਿਲਾਂ ਹੀ ਬੁਕਿੰਗ ਕਰਵਾਈ ਹੋਈ ਸੀ, ਉਹਨਾਂ ਦਾ ਸਮਾਂ ਕੱਟਿਆ ਨਹੀਂ, ਪਰ ਕੀਰਤਨ ਕਥਾ ਦੇ ਟਾਈਮ ਦੀ ਵੰਡ ਕਰਕੇ ਮੈਨੂੰ ਵੀ ਬੋਲਣ ਦਾ ਜ਼ਰੂਰ ਵਕਤ ਦਿੰਦੇ। ਦਿਨੇ ਸਵਾਲ ਜਵਾਬ ਵੀ ਕਈ ਵਾਰੀ ਹੁੰਦੇ ਰਹਿੰਦੇ। ਖੁਸ਼ੀ ਭਰੇ ਮਾਹੌਲ ਵਿੱਚ 5 ਮਹੀਨੇ ਪਤਾ ਹੀ ਨਾ ਲੱਗਿਆ ਕਦੋਂ ਬੀਤ ਗਏ। ਜਦੋਂ ਮੇਰਾ ਉੱਥੋਂ ਵਿਦਾ ਹੋਣ ਦਾ ਸਮਾਂ ਆਇਆ ਤਾਂ ਵੀਰ ਹਰਬੰਸ ਸਿੰਘ ਨੇ ਦੁਬਾਰਾ ਛੇਤੀ ਵਾਪਸ ਆਉਣ ਵਾਸਤੇ ਜ਼ਬਾਨੀ ਕਲਾਮੀ ਸੁਲਾਹ ਹੀ ਨਹੀਂ ਮਾਰੀ, ਸਗੋਂ ਦੁਬਾਰਾ ਆਉਣ ਦੇ ਸਪਾਂਸਰ ਪੇਪਰ ਵੀ ਮੈਨੂੰ ਤਿਆਰ ਕਰਕੇ ਦੇ ਦਿੱਤੇ। ਕਿੱਥੇ ਤਾਂ ਲੱਗਦਾ ਸੀ ਕਿ ਕਿਰਾਇਆ ਵੀ ਪੂਰਾ ਨਹੀਂ ਹੋਣਾ, ਪਰ ਅਜਿਹੇ ਕਦਰਦਾਨਾਂ ਦੀ ਬਦੌਲਤ ਪਾਉਣ ਵੀ ਵਾਧੂ ਆਏ ਤੇ ਦੁਬਾਰਾ ਆਉਣ ਦੇ ਪੇਪਰ ਵੀ ਮਿਲੇ। ਤੇ ਕਦੀ ਕਦੀ ਇਉਂ ਵੀ ਕਰਾਮਾਤ ਵਾਪਰ ਜਾਂਦੀ ਹੈ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਤੁਸੀਂ ਵੀ ਆਖੋ ਸਤਨਾਮ।